ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਨਫੋਕਸ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਇਨਫੋਕਸ ਵਿੱਚ ਸਾਡੀ ਅੱਜ ਦੀ ਚਰਚਾ ਰਹੇਗੀ ਹਾਲ ਹੀ ਵਿੱਚ ਕੈਨੇਡਾ ਵਿੱਚ ਬਣੀ ਲਿਬਰਲ ਮਾਈਨੋਰਿਟੀ ਗਵਰਨਮੈਂਟ ਤੇ ਹੁਣ ਕੀ ਰਹਿਣਗੀਆਂ ਸਰਕਾਰ ਦੀਆਂ ਚੁਣੌਤੀਆਂ। ਇਸੇ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਦੋ ਖਾਸ ਮਹਿਮਾਨ ਮੌਜੂਦ ਨੇ, ਜਿਨ੍ਹਾਂ ਨੇ ਪੂਰੀ ਇਲੈਕਸ਼ਨ ਕੈਂਪੇਨ ਦੌਰਾਨ ਤੇ ਇਲੈਕਸ਼ਨ ਰਿਜ਼ਲਟ ਵੇਲੇ ਵੀ ਆਪਣੇ ਐਕਸਪਰਟ ਵਿਊਜ਼ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸਾਡੇ ਨਾਲ ਸਟੂਡੀਓ ਵਿੱਚ ਨੇ ਪੋਲੀਟੀਕਲ ਐਨਾਲਿਸਟ ਐਂਡੀ ਆਨੰਦ ਤੇ ਨਾਲ ਹੀ ਨੇ ਜਗਬਾਣੀ ਅਖਬਾਰ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਕਮਲਜੀਤ ਸਿੰਘ ਕੰਵਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਧੰਨਵਾਦ। ਕਮਲਜੀਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਹੁਣ ਕਲੀਅਰ ਹੋ ਚੁੱਕਿਆ ਹੈ ਕਿ ਲਿਬਰਲ ਮਾਈਨੋਰਿਟੀ ਗਵਰਨਮੈਂਟ ਰਹੇਗੀ। ਜਿਵੇਂ ਜਸਟਿਨ ਟਰੂਡੋ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਦੇ ਨਾਲ ਵੀ ਕੋਲੀਸ਼ਨ ਨਹੀਂ ਕਰਨਗੇ, ਜਿਵੇਂ ਪਹਿਲੇ ਕਿਆਸ ਲਗਾਏ ਜਾ ਰਹੇ ਸਨ। ਹੁਣ ਕਿਸ ਤਰ੍ਹਾਂ ਦੀ ਸਰਕਾਰ ਤੁਸੀਂ ਦੇਖਦੇ ਹੋ ਕੈਨੇਡਾ ਵਿੱਚ, ਤੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਹੋ ਸਕਦੀਆਂ ਨੇ ਸਰਕਾਰ ਦੇ ਸਾਹਮਣੇ? ਦੇਖੋ ਜੀ, ਫਿਲਹਾਲ ਤੇ ਕੋਈ ਚੁਣੌਤੀ ਨਹੀਂ ਹੈਗੀ ਸਰਕਾਰ ਨੂੰ। ਬਕਾਇਦਾ ਤੌਰ ਤੇ ਜਿਹੜੇ ਸਹੁੰ ਚੁੱਕੀ ਜਾਏਗੀ ਨਵੇਂ ਪ੍ਰਧਾਨ ਮੰਤਰੀ ਵਜੋਂ, ਆਪਣੀ ਜਿਹੜੀ ਨਵੀਂ ਕੈਬਨਿਟ ਆ ਉਹਦਾ ਐਲਾਨ ਕੀਤਾ ਜਾਏਗਾ। ਉਹ 'ਚ ਕੁਝ ਚਿਹਰੇ ਹੋ ਸਕਦਾ ਨਵੇਂ ਸ਼ਾਮਲ ਹੋਣ ਤੇ ਕੁਝ ਚਿਹਰੇ ਹਟਾ ਦਿੱਤੇ ਜਾਣ, ਜਾਂ ਕੁਝ ਚਿਹਰਿਆਂ ਦਾ ਜਿਹੜਾ ਮਹਿਕਮੇ ਬਦਲ ਦਿੱਤੇ ਜਾਣ, ਕਿਉਂਕਿ ਉਹ ਨਵੀਂ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਆਪਣੀ ਕਬੀਨਾ ਨੂੰ। ਉਸ ਤੋਂ ਬਾਅਦ ਜਿਹੜੀਆਂ ਚੁਣੌਤੀਆਂ ਦੀ ਤੁਸੀਂ ਗੱਲ ਕਰਦੇ ਹੋ, ਉਹ ਉਸ ਵੇਲੇ ਹੋਣੀਆਂ ਜਿਸ ਵੇਲੇ ਕਿਤੇ, ਕਿਉਂਕਿ ਆਮ ਤੌਰ ਤੇ ਲੋਕਾਂ ਦੇ ਵਿੱਚ ਇੱਕਦਮ ਇੱਦਾਂ ਦੇ ਰਿਊਮਰ ਫੈਲਣੇ ਸ਼ੁਰੂ ਹੋ ਗਏ, ਸਰਕਾਰ ਚੱਲਣੀ ਨਹੀਂ ਜਦ ਤੱਕ ਉਹ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਦੀ, ਜਦ ਤੱਕ ਉਹ ਕਿਸੇ ਪਾਰਟੀ ਨੂੰ ਨਾਲ ਲੈ ਕੇ ਨਹੀਂ ਚੱਲਦੀ। ਉਹਨੂੰ ਕਲੀਅਰ ਕਰਨਾ ਪਏਗਾ ਕਿ ਕਿਹੜੀ ਪਾਰਟੀ ਨਾਲ ਚੱਲਦੀ ਹੈ, ਕਿਊਬਿਕਾ ਨਾਲ ਚੱਲਦੀ ਹੈ ਜਾਂ NDP ਨਾਲ ਚੱਲਦੀ ਹੈ। ਲੇਕਿਨ ਜਸਟਿਨ ਟਰੂਡੋ ਦੇ ਬਿਆਨ ਨੇ ਕਲੀਅਰ ਕਰਤਾ ਕਿ ਮੈਂ ਸਰਕਾਰ ਚਲਾਊਂਗਾ, ਜਿਵੇਂ ਜਦੋਂ ਲੋੜ ਪੈਗੀ ਉਦੋਂ ਦੇਖਾਂਗਾ ਮੈਂ ਕਿਹਦੇ ਨਾਲ ਰਹਿਣਾ ਜਾਂ ਕਿਹਦੀ ਮਦਦ ਲੈਣੀ ਹੈ। ਨੰਬਰ 2, ਜਿਹੜਾ ਇੱਥੋਂ ਦਾ ਸਿਸਟਮ ਹੈ ਉਹ ਇਹ ਇਜਾਜ਼ਤ ਦਿੰਦਾ ਕਿ ਜਿਸ ਵੇਲੇ ਉਹਨੇ ਕੋਈ ਨਵਾਂ ਲਾ ਪਾਸ ਕਰਨਾ ਜਾਂ ਨਵੀਂ ਕੋਈ ਅਮੈਂਡਮੈਂਟ ਕਰਨੀ ਕਿਸੇ ਜਗ੍ਹਾ ਉੱਤੇ, ਤੇ ਉਦੋਂ ਉਹਨੂੰ ਲੋੜ ਪੈਣੀ ਹੈ ਕਿ ਆਪਣੇ ਭਰੋਸੇ ਦਾ ਵੋਟ ਲੈਣ ਲਈ ਜਾਂ ਉਹਨੂੰ ਜ਼ਿਆਦਾ ਵੋਟਾਂ ਚਾਹੀਦੀਆਂ। ਹੁਣ ਸਪੋਜ਼ ਕਰੋ ਜੇ 338 ਦੇ ਮੈਂਬਰਸ਼ਿਪ ਟੋਟਲ ਆ, ਤੇ ਉਹਦੇ ਚੋਂ ਜਿਹੜੇ 170 MP ਨੂੰ ਚਾਹੀਦੇ ਆ ਆਪਣਾ ਕੰਮ ਮਤਲਬ ਪਾਸ ਕਰਾਉਣ ਲਈ ਮਤਾ, ਤੇ ਜੇ ਉੱਥੇ 40-50 ਆਉਂਦੇ ਹੀ ਨਹੀਂ, ਗੈਰ ਹਾਜ਼ਰ ਹੁੰਦੇ ਆ, ਤਾਂ ਵੀ ਇਹ ਬਹੁਤ ਗਿਣਤੀ 'ਚ ਹੈ। ਤੇ ਜੇ ਸਾਰੇ ਹੀ ਆ ਜਾਂਦੇ ਆ, ਤੇ ਉਹ ਜਿਹੜਾ ਮਤਾ ਇੱਦਾਂ ਦਾ ਕਿ ਉਹ ਲੋਕ ਹਿੱਤਾਂ ਦਾ, ਉਹ ਲੋਕਾਂ ਦੀ ਗੱਲ ਕਰਦਾ, ਤੇ ਜੇ ਉਹਦੇ ਖਿਲਾਫ ਕੋਈ ਵੋਟ ਪਾਉਂਦਾ ਜਾਂ ਉਹ ਵੋਟ ਨਹੀਂ ਪਾਉਂਦਾ ਉਹਦੇ ਹੱਕ ਵਿੱਚ, ਤੇ ਉਹ ਲੋਕਾਂ ਦੀ ਕਚਹਿਰੀ ਜਾ ਕੇ ਜਿਹੜਾ ਉਹਨੂੰ ਭੁਗਤਣਾ ਪਏਗਾ। ਇਸ ਕਰਕੇ ਹੁਣ ਜਿੱਦਾਂ ਪੰਜਾਬੀ ਦੀ ਇਹ ਕਹਾਵਤ ਹੈ ਕਿ ਸੱਪ ਦੇ ਮੂੰਹ 'ਚ ਕੋੜ ਕਿੱਲੀ ਵਾਲਾ ਹਿਸਾਬ ਹੋ ਜਾਏਗਾ। ਇਹਨੂੰ ਕੋਈ ਬਹੁਤਾ ਕਿਸੇ ਦੇ ਪਿੱਛੇ ਭੱਜਣ ਦੀ ਲੋੜ ਨਹੀਂ। ਟਰੂਡੋ ਨੂੰ ਜੋ ਉਹਨੇ ਸਥਿਤੀ ਅਪਣਾਈ ਹੈ, ਜੋ ਉਹਨੇ ਕੀਤਾ ਸਾਰਾ ਕੁਝ ਉਹਦੇ ਮੁਤਾਬਕ ਉਹ ਬਿਲਕੁਲ ਠੀਕ ਹੈ। ਬਾਕੀ ਤੇ ਸਮਾਂ ਦੱਸੇਗਾ ਕੀ ਹੁੰਦਾ। ਪਰ ਇਹ ਸਰਕਾਰ ਜਿਹੜੀ ਹੈ, ਇਹੋ ਜਿਹੀ ਜਿਹੜੀ ਘੱਟ ਗਿਣਤੀ ਸਰਕਾਰ ਹੈ, ਉਹ ਕੋਈ 2 ਤੋਂ 3 ਸਾਲ ਤੋਂ ਵੱਧ ਚੱਲਦੀ ਨਹੀਂ ਹੁੰਦੀ, ਕਿਉਂਕਿ ਕਈ ਚੁਣੌਤੀਆਂ ਅੱਗੇ ਜਾ ਕੇ ਆਉਣਗੀਆਂ। ਕਈ ਜਿਹੜੇ ਵੋਟ ਦੇਣ ਵਾਲੇ ਉਹ ਆਪਣੀਆਂ ਗੱਲਾਂ ਮਨਵਾਉਣ ਦੀ ਕੋਸ਼ਿਸ਼ ਕਰਨਗੇ, ਲੇਕਿਨ ਅੱਗੋਂ ਸਰਕਾਰ ਦੀ ਮਰਜ਼ੀ ਹੈ ਵੀ ਕੀ ਹੁੰਦਾ। ਜੀ ਐਂਡੀ ਜੀ, ਜਿਵੇਂ ਉਹਨਾਂ ਨੇ ਕਿਹਾ ਕਿ ਫਿਲਹਾਲ ਚੁਣੌਤੀਆਂ ਨਹੀਂ ਹੈਗੀਆਂ, ਪਰ ਅੱਗੇ ਚੱਲ ਕੇ ਆ ਸਕਦੀਆਂ। ਉਦੋਂ ਵੇਖਣਾ ਹੋਏਗਾ ਕਿ ਜਸਟਿਨ ਟਰੂਡੋ ਜਾਂ ਉਹਨਾਂ ਦੀ ਪਾਰਟੀ ਉਸ ਨੂੰ ਕਿਵੇਂ ਡੀਲ ਕਰਦੀ ਹੈ। ਪਰ ਲਿਬਰਲ ਪਾਰਟੀ ਲਈ ਇੱਕ ਇਹ ਵੀ ਹੈ ਕਿ ਜਿੱਥੇ ਉਹਨਾਂ ਨੇ ਕੰਮ ਛੱਡਿਆ ਸੀਗਾ, ਉਸ ਤੋਂ ਅੱਗੇ ਉਹਨਾਂ ਨੇ ਹੁਣ ਸ਼ੁਰੂ ਕਰਨਾ ਹੈ। ਇੱਕ ਜੇ ਕੋਈ ਹੋਰ ਸਰਕਾਰ ਵੀ ਬਣਦੀ ਤਾਂ ਉਹਨਾਂ ਨੇ ਸ਼ੁਰੂ ਤੋਂ ਸ਼ੁਰੂ ਕਰਨਾ ਸੀਗਾ, ਪਹਿਲੀ ਪਾਲਿਸੀਜ਼ ਨੂੰ ਤੋਂ ਵੱਖਰਾ ਕੁਝ ਕਰਨਾ ਸੀਗਾ। ਤਾਂ ਇਹ ਥੋੜੀ ਇੱਕ ਆਸਾਨੀ ਹੋ ਸਕਦੀ ਹੈ ਸਰਕਾਰ ਲਈ। ਦੇਖੋ ਜੀ, ਗਵਰਨਮੈਂਟ ਇਨ ਕੰਟੀਨਿਊਸ਼ਨ ਜਿਸ ਵੇਲੇ ਵੀ ਹੁੰਦਾ ਤੇ ਐਡਵਾਂਟੇਜ ਤਾਂ ਮਿਲਦਾ ਹੀ ਹੈ। ਜਿਹੜੀ ਸਰਕਾਰ ਨੇ ਉਹ ਜਿੱਥੋਂ ਛੱਡਿਆ ਉੱਥੋਂ ਸ਼ੁਰੂ ਕਰਨਾ, ਪਰ ਕਿਉਂਕਿ ਇਹ ਸਮੀਕਰਨ ਜਿਹੜਾ ਨਵਾਂ ਬਣਿਆ ਇਹਦੇ ਵਿੱਚ ਉਹ ਨਾ ਫਰੀडम ਨਹੀਂ ਜਿਹੜਾ ਉਹਨਾਂ ਨੂੰ ਪਿਛਲੀ ਵਾਰੀ ਸੀ। ਇਹਦੇ ਵਾਸਤੇ ਉਹਨਾਂ ਨੇ ਹੁਣ ਇੱਕ ਬੜੀ ਹੀ ਜ਼ਿਆਦਾ ਜ਼ਿੰਮੇਵਾਰੀ ਵਾਲੀ ਗਵਰਨੈਂਸ ਦੀ ਉਹਨਾਂ ਨੂੰ ਲੋੜ ਹੈ। ਔਰ ਡੈਫੀਨੇਟਲੀ ਅਦਰ 4 ਪਾਰਟੀਜ਼ ਆਰ ਆਲਸੋ ਵਾਚਿੰਗ ਹਿਮ ਫਰੋਮ ਅ ਵੈਰੀ ਕਲੋਜ਼ ਕੁਆਰਟਰ। ਹੁਣ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਜੀ, ਅਸੀਂ ਕਿਸੇ ਦੀ ਸਹਾਇਤਾ ਜਾਂ ਕਿਸੇ ਦੀ ਵਿਸਾਖੀਆਂ ਦੇ ਉੱਤੇ ਸਰਕਾਰ ਨਹੀਂ ਚਲਾਵਾਂਗੇ। ਬੜਾ ਸਮਾਰਟ ਮੂਵ ਹੈ। ਮੈਂ ਤਾਂ ਕਹਾਂਗਾ ਕਿ ਉਹਨਾਂ ਨੇ ਆਪਣੇ ਕਾਰਡ ਬੜੇ ਕਲੋਜ਼ ਰੱਖੇ, ਔਰ ਉਹ ਜਿਸ ਵੇਲੇ ਜਿਸ ਨੂੰ ਯੂਜ਼ ਕਰਨਾ ਚਾਹਣਗੇ ਉਹਨੂੰ ਯੂਜ਼ ਕਰਨਗੇ। ਫਿਰ ਇਸ ਦੌਰਾਨ ਜਦੋਂ ਵੀ ਨਵੇਂ ਮੁੱਦੇ ਜਾਂ ਨਵੇਂ ਲੈਜਿਸਲੇਸ਼ਨ ਪਾਸ ਹੋਣੇ, ਨਵੇਂ ਕਾਨੂੰਨ ਬਣਨੇ, ਨਵੇਂ ਪ੍ਰੋਜੈਕਟਸ ਦੇ ਉੱਤੇ ਸੈਂਕਸ਼ਨਸ ਜਾਂ ਪਰਮਿਸ਼ਨਸ ਸਰਕਾਰ ਨੇ ਕਨਸਟੀਟਿਊਸ਼ਨ ਦੇ ਬੇਸ 'ਤੇ ਦੇਣੀ ਹੈ, ਉਸ ਵੇਲੇ ਉਹ ਹਰ ਪੱਖ ਨੂੰ ਦੇਖਣਗੇ ਕਿ ਉਹਨਾਂ ਦੇ ਪੱਖ ਦਾ ਕੀ ਇੰਟਰਸਟ ਹੈ। ਬੜੀ ਸਾਰੀਆਂ ਚੀਜ਼ਾਂ ਅਗਰ ਤੁਸੀਂ ਬਾਕੀ ਤਿੰਨੋਂ ਪਾਰਟੀਆਂ ਦੀ ਮੈਨੀਫੈਸਟੋ ਦੇਖੋ, NDP, ਬਲਾਕ ਕਬੈਕਵਾ ਔਰ ਲਿਬਰਲ ਔਰ ਕੰਜ਼ਰਵੇਟਿਵ, ਇਹਨਾਂ ਚਾਰਾਂ ਦੇ ਕੁਝ ਕਾਮਨ ਮੁੱਦੇ ਵੀ ਸੀ
ਜਿਨ੍ਹਾਂ ਦੇ ਉੱਤੇ ਉਹ ਨਾਰਮਲੀ ਹੁਣ ਕੋਈ ਕਹੇ ਜੀ এনवायरमेंट ਮੇਰਾ ਮੁੱਦਾ ਨਹੀਂ ਤੇ ਉਹ ਤੇ ਫਿਰ ਸਰਕਾਰ ਤੋਂ ਕਿ ਦੁਨੀਆ ਤੋਂ ਬਾਹਰ ਹੋ ਗਿਆ, ਕਿਉਂਕਿ ਇਹ ਬੜਾ ਸੈਂਸਿਟਿਵ ਮੁੱਦਾ। ਤੇ ਜਿਹੜੇ ਨਾਰਮਲ ਮੁੱਦੇ ਹੋਣਗੇ ਉਹਨਾਂ ਦੇ ਉੱਤੇ ਸਰਕਾਰ ਜਦੋਂ ਨਵੇਂ ਫੈਸਲੇ ਲਏਗੀ, ਸਰਕਾਰ ਨੂੰ ਬੜਾ ਸੌਖਾ ਹੋਏਗਾ ਕਿ ਕਿਸ ਪਾਰਟੀ ਨੂੰ, ਕਿਸ ਬਲਾਕ ਨੂੰ ਉਹਨੇ ਜਾਂ ਕਿਸ ਸੈਕਸ਼ਨ ਨੂੰ ਉਹਨੇ ਅਟਰੈਕਟ ਕਰਨਾ ਹੈ। ਮੇਰੇ ਹਿਸਾਬ ਨਾਲ ਕਿਸੇ ਬੜੇ ਸਮਝਦਾਰ ਬੰਦੇ ਦੀ ਪਾਲਿਸੀ ਰਹੀ ਹੈ ਕਿ ਜਿਹੜੇ ਉਹਨਾਂ ਨੇ ਕਿਹਾ ਜੀ ਅਸੀਂ ਇੰਡੀਪੈਂਡੈਂਟ ਚੱਲਾਂਗੇ, ਜਦੋਂ ਤੱਕ ਮੁੱਦਿਆਂ ਦੇ ਬੇਸ ਦੇ ਉੱਤੇ ਅਸੀਂ ਸਪੋਰਟ ਲਵਾਂਗੇ ਐਜ਼ ਐਂਡ ਵੈਨ ਰਿਕੁਆਇਰਡ। ਔਰ ਦੂਜੀ ਗੱਲ ਜਿਹੜੀ ਇਹ ਕਿ ਅਗਰ 26 ਲੋਕ ਜਾਂ 30 ਲੋਕ ਕਿਸੇ ਦਿਨ ਪਾਰਲੀਮੈਂਟ 'ਚ ਨਹੀਂ ਆਉਂਦੇ ਔਰ ਇਹਨਾਂ ਦੇ ਪੂਰੇ ਐਮਪੀਜ਼ ਹੁੰਦੇ ਨੇ ਤੇ ਇਹਨਾਂ ਨੂੰ ਕਿਸੇ ਦੀ ਲੋੜ ਵੀ ਨਹੀਂ ਜੀ। they would automatically be able to convert their decision into legislation। ਤੇ ਮੇਰੇ ਖਿਆਲ ਬੜਾ ਸਮਾਰਟ ਮੂਵ ਹੈ, ਪਰ ਮੁਸ਼ਕਲਾਂ ਹੋਰ ਕਿਸਮ ਦੀਆਂ ਆਣਗੀਆਂ ਅੱਗੇ ਦੇ ਟਾਈਮ ਦੇ ਉੱਤੇ, ਕਿਉਂਕਿ ਤੁਸੀਂ ਜਦੋਂ ਫॉर ਇੰਸਟੈਂਸ ਡਗ ਫੋਰਡ ਨੂੰ ਤੁਸੀਂ ਇੰਨਾ ਜ਼ਬਰਦਸਤ ਕ੍ਰਿਟਿਸਾਈਜ਼ ਕੀਤਾ। ਓਨਟਾਰੀਓ ਇੱਕ ਬਹੁਤ ਵੱਡਾ ਪ੍ਰੋਵਿੰਸ ਹੈ, ਤੁਸੀਂ ਕਿਸੇ ਵੀ ਪ੍ਰੋਵਿੰਸ਼ੀਅਲ ਪ੍ਰੀਮੀਅਰ ਦੇ ਨਾਲ ਅਗਰ ਕੰਮ ਕਰਨਾ ਹੈ ਤੇ ਤੁਸੀਂ ਪਹਿਲੇ ਉਹਨੂੰ ਇੰਨਾ ਕ੍ਰਿਟਿਸਾਈਜ਼ ਤਾਂ ਕੀਤਾ, ਪਰ ਕਿਤੇ ਨਾ ਕਿਤੇ ਫਾਇਦਾ ਹੀ ਹੋਇਆ ਉਸ ਦਾ, ਬਿਕਾਜ਼ ਓਨਟਾਰੀਓ ਵਿੱਚ ਉਹ ਆਪਣੀ ਪਕੜ ਬਣਾਉਣ ਵਿੱਚ ਕਾਮਯਾਬ ਰਹੇ। ਪੋਲੀਟੀਕਲ ਫਾਇਦਾ ਤਾਂ ਜ਼ਰੂਰ ਹੋਇਆ ਹੋਣਾ ਜੀ, ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਨਾ ਕਿ ਤੁਸੀਂ ਇੰਨੇ ਵੱਡੇ ਪ੍ਰੋਵਿੰਸ ਵਿੱਚ ਤੁਹਾਡੇ ਬੜੇ ਕਾਮਨ ਪ੍ਰੋਗਰਾਮਸ ਵੀ ਹੈਗੇ। ਸਰਕਾਰਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਫੈਡਰਲ ਗਵਰਨਮੈਂਟ ਦੇ ਬਗੈਰ ਨਹੀਂ ਚੱਲ ਸਕਦੀ ਔਰ ਇਹਨੂੰ ਉਹਦੀ ਸਪੋਰਟ ਚਾਹੀਦੀ ਹੈ। ਪਰ ਜਿਸ ਵੇਲੇ ਵੀ ਇਹਨਾਂ ਦੇ ਇੱਥੇ ਪ੍ਰੋਗਰਾਮਸ ਇੰਪਲੀਮੈਂਟ ਹੋਣਗੇ, ਅਗਰ ਪ੍ਰੋਵਿੰਸ਼ੀਅਲ ਗਵਰਨਮੈਂਟ ਨਹੀਂ ਜਾਏਗੀ ਤੇ ਬੜੇ ਕਲੈਸ਼ਸ ਹੋਣਗੇ। ਤੇ ਇਸ ਵਾਸਤੇ ਉਹ ਜਿਹੜਾ ਇੱਕ ਹੁਣ ਜਿਹੜਾ ਦੌਰ ਚੱਲਣਾ ਕਿ ਜਿਹੜਾ ਅਨਡੂ ਕਰਨ ਵਾਲਾ ਦੌਰ ਚੱਲਣਾ, ਜਿਹਦੇ 'ਚ ਜਿਹੜੀਆਂ ਚੀਜ਼ਾਂ ਜਸਟਿਨ ਟਰੂਡੋ ਨੇ ਕਹੀਆਂ ਨੇ ਡਗ ਫੋਰਡ ਵਾਸਤੇ, ਉਹਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਅਨਡੂ ਕਰਨਾ ਪੈਣਾ ਟੂ ਮੇਕ ਅ ਗੁੱਡ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਵਿੰਸ ਐਂਡ ਦਾ ਫੈਡਰਲ ਸਿਸਟਮ। ਜੀ ਕਮਲਜੀਤ ਜੀ, ਜਿਵੇਂ ਉਹਨਾਂ ਨੇ ਕਿਹਾ ਕਿ ਅੰਡੂ ਕਰਨਾ ਪੈਣਾ ਉਸ ਸਿਸਟਮ ਨੂੰ, ਪਰ ਪਹਿਲਾਂ ਵੀ ਕੈਂਪੇਨ ਵੇਲੇ ਜਦੋਂ ਵੀ ਸਾਡੀ ਲਿਬਰਲ ਲੀਡਰਸ ਨਾਲ ਵੀ ਜਦੋਂ ਗੱਲਬਾਤ ਹੁੰਦੀ ਰਹੀ, ਲਿਬਰਲ ਜਿਹੜੇ ਐਮਪੀ ਸੀਗੇ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ, ਤਾਂ ਉਹਨਾਂ ਨੇ ਇਹੀ ਕਿਹਾ ਕਿ ਅੱਗੇ ਚੱਲ ਕੇ ਉਹ ਕੋਸ਼ਿਸ਼ ਕਰਨਗੇ ਕਿ ਪ੍ਰੋਵਿੰਸ਼ੀਅਲ ਨਾਲ ਉਹਨਾਂ ਦਾ ਕੋਆਰਡੀਨੇਸ਼ਨ ਰਹੇ, ਜਿਹੜਾ ਪਹਿਲਾਂ ਨਜ਼ਰ ਨਹੀਂ ਆਇਆ। ਹੁਣ ਤੁਸੀਂ ਕੀ ਦੇਖਦੇ ਹੋ ਕਿ ਡਗ ਫੋਰਡ ਦਾ ਰੋਲ ਕਿਵੇਂ ਹੋ ਸਕਦਾ ਹੈ? ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਡਗ ਫੋਰਡ ਆ ਉਹਨੂੰ ਫੈਡਰਲ ਦੀ ਲੋੜ ਆ ਤੇ ਫੈਡਰਲ ਨੂੰ ਅਜੇ ਇਹਦੀ ਲੋੜ ਨਹੀਂ ਹੈਗੀ, ਕਿਉਂਕਿ ਜਿੰਨੀ ਕੁ ਲੋੜ ਸੀ ਉਹਨੇ ਉਹ ਤੋਂ ਵੱਧ ਉਹਨਾਂ ਦੀ ਮਦਦ ਕਰ ਦਿੱਤੀ ਹੈ। ਜਿਸ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜਿੰਨੀ ਕੁ ਉਹਨੇ ਮਦਦ ਕੀਤੀ ਇਹਨਾਂ ਦੀ, ਮੈਂ ਸਮਝਦਾ ਕਿ ਉਹ ਬਿਲਕੁਲ ਲਾਸਟ ਮੂਮੈਂਟ ਤੱਕ ਜਿਹੜੇ ਉਹਦੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਉਹਨਾਂ ਤੇ ਉਹ ਨਹੀਂ ਪੂਰਾ ਉਤਰਿਆ। ਲੋਕਾਂ 'ਚ ਉਹ ਵੀ ਰੋਸ ਸੀਗਾ। ਦੂਜਾ ਜਿਹੜੇ ਉਹਨੇ ਨਵੇਂ ਫੈਸਲੇ ਲਏ ਉਹ ਵੀ ਲੋਕਾਂ ਨੂੰ ਪ੍ਰਵਾਨ ਨਹੀਂ ਸੀ, ਉਹਦਾ ਵੀ ਲੋਕਾਂ 'ਚ ਰੋਸ ਗਿਆ। ਯਾਨੀ ਕਿ ਉਹਦਾ ਜਿਹੜਾ ਗ੍ਰਾਫ ਸੀਗਾ ਕੰਜ਼ਰਵੇਟਿਵ ਪਾਰਟੀ ਦਾ ਉਹ ਥੱਲੇ ਗਿਆ, ਜਿਹਦੇ ਕਰਕੇ ਲਿਬਰਲਸ ਨੂੰ ਫਾਇਦਾ ਹੋਇਆ, ਲਿਬਰਲ ਨੂੰ ਜਾਂ ਐਨਡੀਪੀ ਨੂੰ ਫਾਇਦਾ ਹੋਇਆ। ਲੇਕਿਨ ਜਿਹੜੀ ਹੁਣ ਗਾਂ ਸਥਿਤੀ ਹੈ, ਹੁਣ ਜੇ ਹੁਣ ਉਹ ਸੰਭਲ ਜਾਏਗਾ ਆਪਣੀ ਪਾਰਟੀ ਵਾਸਤੇ, ਜੇ ਕੋਈ ਕਰਨਾ ਉਹਨੇ, ਤੇ ਉਹਦਾ ਨੁਕਸਾਨ ਉਹਨੂੰ ਆਉਣ ਵਾਲੀਆਂ ਚੋਣਾਂ 'ਚ ਹੋਏਗਾ ਜਿਹੜੀਆਂ ਕਿ ਇੱਥੇ ਹੋਣੀਆਂ, ਕਿਉਂਕਿ ਜੇ ਉਹ ਸੰਭਲਦਾ ਨਹੀਂ ਹੁਣ ਤੇ ਉਹ ਨੁਕਸਾਨ ਜਿਹੜਾ ਉਹ ਇਹਦੇ ਲਈ ਵੀ ਓਨਾ ਹੀ ਹੋਏਗਾ ਜਿੰਨਾ ਕੰਜ਼ਰਵੇਟਿਵ ਪਾਰਟੀ ਲਈ ਫੈਡਰਲ 'ਚ ਹੋਇਆ। ਪਰ ਇੱਕ ਗੱਲ ਬੜੀ ਦਿਲਚਸਪ ਹੁੰਦੀ ਹੈ ਕਿ ਜਦੋਂ ਉਹਨਾਂ ਤੋਂ ਸਵਾਲ ਕੀਤੇ ਜਾਂਦੇ ਸੀ ਕੈਂਪੇਨ ਵੇਲੇ ਵੀ ਕਿ ਓਨਟਾਰੀਓ ਪ੍ਰੀਮੀਅਰ ਦੇ ਨਾਲ ਤੁਹਾਡੀ ਨਹੀਂ ਬਣਦੀ, ਕਈ ਵਾਰ ਉਹਨਾਂ ਨੇ ਕਿਹਾ ਕਿ ਹਾਂ ਵੀ ਸਾਡੇ ਵੱਲੋਂ ਫੰਡਿੰਗ ਆਈ ਹੈ ਜਾਂ ਅੱਗੇ ਪ੍ਰੋਵਿੰਸ਼ੀਅਲੀ ਰਿਲੀਜ਼ ਨਹੀਂ ਹੋਈਆਂ, ਜਾਂ ਫਿਰ ਕਈ ਵਾਰੀ ਇਹ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਕਿ ਇਹ ਤਾਂ ਪ੍ਰੋਵਿੰਸ਼ੀਅਲ ਮੈਟਰ ਹੈਗਾ। ਹੁਣ ਕਿਸ ਤਰ੍ਹਾਂ ਕਰਨਗੇ, ਕਿਉਂਕਿ ਲੋਕ ਤਾਂ ਸਮਝਦੇ ਨੇ ਕਿ ਕਿਹੜਾ ਪ੍ਰੋਵਿੰਸ਼ੀਅਲ ਮੈਟਰ ਹੈਗਾ, ਕਿਹੜਾ ਫੈਡਰਲ ਮੈਟਰ ਹੈਗਾ, ਪਰ ਚੋਣਾਂ ਵਿੱਚ ਉਹਨਾਂ ਨੂੰ ਰਲਾਉਣ ਦੀ ਕੋਸ਼ਿਸ਼ ਕੀਤੀ ਗਈ ਫੈਡਰਲ ਲੀਡਰਸ ਵੱਲੋਂ ਹੀ। ਦੇਖੋ ਜਿਹੜੀ ਇਸ ਵੇਲੇ ਜੋ ਸਥਿਤੀ ਹੈ ਨਾ, ਜੋ ਮੈਂ ਐਜ਼ ਏ ਬ੍ਰੈਂਪਟੇਰੀਅਨ, ਕਿਉਂਕਿ ਮੈਂ ਬ੍ਰੈਂਪਟਨ ਦਾ ਵਾਸੀ ਹਾਂ, ਜੋ ਹਾਲਾਤ ਨੇ ਇਸ ਵੇਲੇ ਸਾਡੇ ਸਿਟੀ ਦੇ ਮੇਅਰ ਦੀ ਸਾਡੇ ਪ੍ਰੀਮੀਅਰ ਨਾਲ ਨਹੀਂ ਬਣਦੀ ਜੀ, ਪ੍ਰੀਮੀਅਰ ਦੀ ਅੱਗੇ ਉੱਪਰ ਫੈਡਰਲ ਨਾਲ ਨਹੀਂ ਬਣ ਰਹੀ। ਇਹ ਆਮ ਲੋਕ ਇਹਦੇ 'ਚ ਪਿਸ ਰਹੇ ਨੇ, ਜਿਹੜਾ ਕਿ ਬਹੁਤ ਹੀ ਦੁਖਦਾਈ ਵਿਸ਼ਾ ਹੈ ਔਰ ਇਹ 'ਤੇ ਬਹੁਤ ਵੱਡੇ ਵਿਚਾਰ ਕਰਨ ਦੀ ਲੋੜ ਹੈ। ਇਹਦੇ ਲਈ ਇੱਕ ਬਕਾਇਦਾ ਲੌਬੀ ਕਰਨ ਦੀ ਲੋੜ ਹੈ, ਲੋਕਾਂ ਨੂੰ ਇਸ ਬਾਰੇ ਲਾਮਬੰਦ ਕਰਨ ਦੀ ਲੋੜ ਹੈ ਕਿ ਉਹ ਇਹਨਾਂ ਲੋਕਾਂ ਨੂੰ ਜਾ ਕੇ ਪੁੱਛਣ ਕਿ ਤੁਸੀਂ ਸਾਡੇ ਕੋਲ ਚੁਣ ਕੇ ਗਏ ਹੋ, ਜੇ ਚੁਣ ਕੇ ਗਏ ਹੋ ਤਾਂ ਸਾਡੀ ਸਿਟੀ ਦਾ ਕੀ ਕਸੂਰ ਹੈ। ਜੇ ਤੁਹਾਡੀ ਆਪਸ 'ਚ ਦੋ ਜਣਿਆਂ ਦੀ ਨਹੀਂ ਬਣਦੀ, ਕਿਤੇ ਕਿਸੇ ਵੀ ਲੀਡਰ ਦੀ ਕਿਸੇ ਲੀਡਰ ਨਾਲ ਅਗਰ ਨਹੀਂ ਬਣਦੀ, ਤਾਂ ਉਹਦਾ ਨੁਕਸਾਨ ਜਿਹੜਾ, ਜੇ ਸਾਡੇ ਸ਼ਹਿਰ ਨੂੰ ਨਹੀਂ ਮਿਲੀ, ਯੂਨੀਵਰਸਿਟੀ ਨਹੀਂ ਮਿਲੀ, ਤਾਂ ਵੀ ਕਸੂਰ ਸਾਡੇ ਮੇਅਰ ਹੋਣ ਦਾ ਕਿਸੇ ਦਾ। ਜੇ ਸਾਡੇ ਸ਼ਹਿਰ ਨੂੰ ਬਾਕੀ ਹੋਰ ਜਿਹੜੀਆਂ ਸਹੂਲਤਾਂ ਔਰ ਮਿਲਣ ਵਾਲੀਆਂ ਸੀ ਜਾਂ ਬਹੁਤ ਵੱਡੇ ਫੰਡ ਮਿਲਣ ਵਾਲੇ ਸੀ, ਉਹ ਅਗਰ ਨਹੀਂ ਮਿਲੇ ਤੇ ਉਹ ਵੀ ਇਸੇ ਕਰਕੇ। ਜੇ ਅਗਰ ਸਿਟੀ ਆਫ
ਟੋਰਾਂਟੋ ਦੇ ਵਿੱਚੋਂ ਡਗ ਫੋਰਡ ਨੂੰ ਭੇਜਿਆ ਗਿਆ ਵੀ ਚੱਲ ਤੂੰ ਜਾ ਕੇ ਇਲੈਕਸ਼ਨ ਲੜ ਲਾ ਪ੍ਰੋਵਿੰਸ ਦੀ, ਸ਼ਾਇਦ ਤੂੰ ਕੁਝ ਬਣ ਜਾਏ। ਉਹਨੇ ਜਿਸ ਦਿਨ ਬਣਿਆ ਪਹਿਲੇ ਦਿਨ ਆ ਕੇ 45 ਤੋਂ 25 ਕਰ ਦਿੱਤੇ ਉਹਦੇ ਮੈਂਬਰੀ। ਕਹਿਣ ਤੋਂ ਮਤਲਬ ਵੀ ਹਰ ਬੰਦੇ ਨੇ ਛੁਰੀ ਤਿੱਖੀ ਰੱਖੀ ਹੋਈ ਹੈ, ਔਰ ਉਹਦੇ ਛੁਰੀ ਤਿੱਖੀ ਰੱਖਣ ਦੇ ਨਾਲ ਕੀ ਹੋਇਆ, ਹੁਣ ਜਿਹੜੀ ਸਿਟੀ ਦੇ ਵਿੱਚ ਸਾਰੇ 45 ਕੌਂਸਲਾਂ ਦੀ ਗੱਲ ਸੁਣੀ ਜਾਂਦੀ, ਉਹ 'ਚੋਂ ਹੁਣ ਸਾਰੇ 25 ਰਹਿ ਗਏ। ਉਹ ਜਿਹੜੀ ਗੱਲ ਹੈ ਉਹਦੇ ਲਈ ਮੈਂ ਸਮਝਦਾ ਵੀ ਠੀਕ ਹੈ, ਉਹਦਾ ਇੱਕ ਬਹਾਨਾ ਹੈਗਾ ਕਿ ਇਹਦੇ ਖਰਚੇ ਘਟਾਏ ਗਏ, ਲੇਕਿਨ ਇਹ ਵੇਖੋ ਵੀ ਲੋਕਾਂ ਦੀ ਆਵਾਜ਼ ਜਿਹੜੀ ਆ ਉੱਥੋਂ ਤੱਕ ਨਹੀਂ ਪਹੁੰਚ ਸਕੀ। ਹੁਣ ਸਾਡੇ ਕੋਲ ਕਈ ਤਰ੍ਹਾਂ ਦੇ ਦੇਖੋ, ਹੁਣ ਸਾਡੇ ਕੋਲ ਪਰਸੋਂ ਹੀ ਇੱਕ ਮਤਾ ਪਾਸ ਕੀਤਾ ਗਿਆ ਮਿਊਨਿਸਪੈਲਿਟੀ ਜਿਹੜੀ ਸਾਡੀ ਬਰੈਂਪਟਨ ਦੀ, ਕਿ ਗੁਰੂ ਨਾਨਕ ਜੀ ਦੇ ਨਾਂ ਤੇ ਇੱਕ ਸਟਰੀਟ ਦਾ ਨਾਂ ਰੱਖਿਆ ਗਿਆ। ਲੇਕਿਨ ਜਦੋਂ ਮੈਂ ਸਿਟੀ ਨੂੰ ਪਹੁੰਚ ਕੀਤੀ, ਜਿਹੜਾ ਉਹਨਾਂ ਦਾ ਜਵਾਬ ਆਇਆ ਉਹ ਬੜਾ ਹੈਰਾਨੀਜਨਕ ਸੀ, ਔਰ ਕੁਝ ਅਖਬਾਰਾਂ ਨੇ ਉਹ ਲਾ ਵੀ ਦਿੱਤਾ ਵੀ ਉਹ ਬਣ ਗਿਆ ਜੀ, ਉਹ ਹੋ ਗਿਆ। ਲੇਕਿਨ ਜਿਹੜਾ ਜਵਾਬ ਸਿਟੀ ਵੱਲੋਂ ਅਫੀਸ਼ੀਅਲੀ ਮੈਨੂੰ ਆਇਆ, ਉਹਦੇ ਵਿੱਚ ਬਕਾਇਦਾ ਇਹ ਗੱਲ ਕਹੀ ਗਈ ਹੈ ਕਿ ਅਜੇ ਅਸੀਂ ਉਹਨੂੰ ਰਿਪੀਲ 'ਚ ਭੇਜਿਆ, ਉਸ ਜਗ੍ਹਾ ਤੇ ਭੇਜਿਆ, ਉੱਥੇ ਪਹਿਲਾਂ ਆਹ ਹੋਏਗਾ, ਉਸ ਤੋਂ ਬਾਅਦ ਆਹ ਹੋਏਗਾ, ਉਸ ਤੋਂ ਬਾਅਦ ਇਹ ਚੈੱਕ ਕੀਤਾ ਜਾਏਗਾ ਕਿ ਇਹ ਚੰਗੀ ਤਰ੍ਹਾਂ ਪ੍ਰੋਨਾਉਂਸ ਕੀਤਾ ਜਾ ਸਕਦਾ ਗੁਰੂ ਨਾਨਕ ਲਫ਼ਜ਼, ਜਾਂ ਇਹ ਕਿਤੇ ਰੱਬ ਨਾ ਕਰੇ ਕਿਤੇ ਐਮਰਜੈਂਸੀ ਹੋਣ ਦੀ ਸੂਰਤ ਹੋਈ ਕੋਈ ਬੰਦਾ ਗੱਲ ਕਰਦਾ ਤੇ ਉਹ ਕੀ ਉਹ ਸਮਝ ਸਕਣਗੇ ਜਿਹੜੇ ਬੰਦੇ ਉੱਥੇ ਕੰਮ ਕਰਨ ਵਾਲੇ। ਇਹ ਸਾਰੀਆਂ ਗੱਲਾਂ ਦੇ ਹੋਣ ਤੋਂ ਬਾਅਦ ਜਾ ਕੇ ਫੈਸਲਾ ਹੋਏਗਾ ਕਿ ਇੱਥੇ ਬਣੇਗੀ ਨਾਮ ਬਣੇਗਾ ਨਾਂ ਕਿ ਨਹੀਂ ਬਣੇਗਾ। ਸੋ ਕਹਿਣ ਤੋਂ ਮਤਲਬ ਵੀ ਕਈ ਵਾਰੀ ਆਪਾਂ ਨੂੰ ਵੇਖਣ ਨੂੰ ਕੁਝ ਹੋਰ ਮਿਲਦਾ ਤੇ ਐਕਚੁਅਲ ਦੇ ਵਿੱਚ ਕੁਝ ਹੋਰ ਹੋ ਰਿਹਾ। ਸੌਰੀ, ਮੈਂ ਇਹ ਪੰਜਾਬੀ ਰੰਗ ਤਾਂ ਦੇ ਰਿਹਾ ਕਿ ਆਹ ਕੁਝ ਮੇਰੇ ਨਾਲ ਹੋਇਆ ਕੱਲ ਜੀ। ਖਬਰ ਮੇਰੇ ਇੱਥੋਂ ਪੰਜਾਬ ਭੇਜਣ ਦਾ ਨਾ ਕਾਰਨ ਇਹੋ ਸੀਗਾ ਕਿ ਮੈਂ ਸਪਸ਼ਟ ਨਹੀਂ ਸਾਂ, ਕਿਉਂਕਿ ਜਿਹੜੇ ਸਿਟੀ ਵੱਲੋਂ ਆਏ ਆ ਮੈਨੂੰ ਜਵਾਬ ਆਇਆ ਉਹ ਕੋਈ ਸੰਤੋਸ਼ਜਨਕ ਨਹੀਂ ਸੀ ਜੀ। ਖੈਰ ਚਲੋ ਆਪਾਂ ਫੈਡਰਲ ਜਿਹੜੀ ਗਵਰਨਮੈਂਟ ਬਣੀ ਹੈ ਉਹਦੀ ਗੱਲ ਕਰ ਰਹੇ ਹਾਂ। ਮੈਸੇਜ ਬੇਸ ਕਰਕੇ ਕੀਤੀ ਵੀ ਇਹ ਕੀ ਹੋ ਰਿਹਾ ਜੀ, ਉਹਨਾਂ ਦੀਆਂ ਚੁਣੌਤੀਆਂ ਦੀ ਗੱਲ ਕਰਾਂਗੇ, ਪਰ ਫਿਲਹਾਲ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਇਨ ਫੋਕਸ ਵਿੱਚ ਸਾਡੀ ਖਾਸ ਗੱਲਬਾਤ ਚੱਲ ਰਹੀ ਹੈ ਹਾਲ ਹੀ ਵਿੱਚ ਬਣੀ ਲਿਬਰਲ ਮਾਈਨੋਰਿਟੀ ਗਵਰਨਮੈਂਟ ਦੀਆਂ ਆਉਣ ਵਾਲੀਆਂ ਚੁਣੌਤੀਆਂ ਦੀ। ਕਮਲਜੀਤ ਜੀ, ਜਿਵੇਂ ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਕਿ ਸਿਟੀ ਵੱਲੋਂ ਜਿਵੇਂ ਰਿਲੀਜ਼ ਕੀਤਾ ਗਿਆ ਕਿ ਇੱਕ ਸਟਰੀਟ ਦਾ ਨਾਂ ਬਦਲ ਕੇ ਗੁਰੂ ਨਾਨਕ ਸਟਰੀਟ ਦੇ ਨਾਂ ਤੇ ਰੱਖਿਆ ਜਾਏਗਾ, ਪਰ ਉਸ ਨੂੰ ਲੈ ਕੇ ਹਜੇ ਕੁਝ ਕਨਫਿਊਜ਼ਨਸ ਹੈਗੀਆਂ, ਸਿਟੀ ਵੱਲੋਂ ਵੀ ਐਕਸੈਪਟੈਂਸ ਦੀ ਵੇਟ ਕੀਤੀ ਜਾ ਰਹੀ ਹੈ। ਉਸੇ ਤਰ੍ਹਾਂ ਅਸੀਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਹੁੰਦਾ ਕੁਝ ਹੋ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਵੀਡੀਓਜ਼ ਆ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਜਗਮੀਤ ਸਿੰਘ ਨੂੰ ਕੈਨੇਡਾ ਦਾ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਗਿਆ, ਪਰ ਅਜਿਹਾ ਹਲੇ ਕੁਝ ਵੀ ਨਹੀਂ ਹੈਗਾ। ਜਿਵੇਂ ਜਸਟਿਨ ਟਰੂਡੋ ਨੇ ਸਾਫ਼ ਕਹਿਤਾ ਹੈ ਕਿ ਉਹ ਕਿਸੇ ਨਾਲ ਵੀ ਕੋalition ਨਹੀਂ ਕਰਨਗੇ, ਤਾਂ ਕਿਤੇ ਨਾ ਕਿਤੇ ਇੱਕ ਕੈਸੀ ਗਈ ਕਿ ਮਿਸਸਪ੍ਰੈਡ ਕੀਤੀ ਜਾ ਰਹੀ ਹੈ ਨਿਊਜ਼। ਪਰਸੋਂ ਸਵੇਰ ਦੀ ਗੱਲ ਆ, ਸਵੇਰੇ ਮੈਨੂੰ ਕਿਸੇ ਦਾ ਫੋਨ ਆਇਆ ਇੰਡੀਆ ਤੋਂ, ਤੇ ਉਹ ਕਹਿੰਦਾ ਕੰਵਲ ਇੱਕ ਗੱਲ ਕਨਫਰਮ ਕਰਨੀ ਹੈ ਕਿ ਉਹ ਡਿਪਟੀ ਪ੍ਰਾਈਮ ਮਿਨਿਸਟਰ ਜਗਮੀਤ ਸਿੰਘ ਜੀ ਬਣ ਗਏ ਆ। ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਿਹਾ? ਕਹਿੰਦਾ ਲੈ ਤੈਨੂੰ ਹੁਣੇ ਹੀ ਵੀਡੀਓ ਭੇਜਦੇ ਆ। ਉਹਨਾਂ ਜਿਹੜੀ ਵੀਡੀਓ ਭੇਜੀ ਉਹ ਜਿਸ ਦਿਨ ਉਹਨਾਂ ਦੀ ਜਿੱਤ ਹੋਈ ਹੈ, ਉਹ ਵੈਨਕੂਵਰ ਦੀ ਬਣੀ ਜਿਹੜੀ ਬਰਨਬੀ ਦੇ ਵਿੱਚ ਉੱਥੇ ਦੀ ਵੀਡੀਓ ਆ, ਉਹਦੇ ਨਾਲ ਥੱਲੇ ਲਿਖਿਆ ਗਿਆ ਕਿ ਉਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਗਿਆ। ਹੁਣ ਹੈਰਾਨਗੀ ਦੀ ਗੱਲ ਹੈ ਵੀ ਜਦੋਂ ਇਹੋ ਜਿਹੇ ਰਿਊਮਰ ਉੱਡਦੇ ਆ, ਉਹਦੇ ਲਈ ਚਾਹੀਦਾ ਜਿਹੜੀ NDP ਪਾਰਟੀ ਆ, ਉਸ ਦਾ ਜਗਮੀਤ ਸਿੰਘ ਆ, ਉਹਨਾਂ ਨੂੰ ਬਕਾਇਆ ਤੌਰ ਤੇ ਇਹਦੇ ਬਾਰੇ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਦੋਂ ਕਿਤੇ ਤੁਹਾਡੀਆਂ ਹੀ ਭਾਵਨਾਵਾਂ, ਜਿਵੇਂ ਹੁਣ ਇਹ ਆਪਾਂ ਬਾਅਦ 'ਚ ਗੱਲ ਕਰ ਰਹੇ ਸੀ ਵੀ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡਾ ਸਿੱਖ ਭਰਾ ਕੋਈ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਜਾਂ ਪ੍ਰਾਈਮ ਮਿਨਿਸਟਰ ਵੀ ਬਣੇ, ਪਰ ਇੱਦਾਂ ਦੇ ਰਿਊਮਰ ਉਡਾ ਕੇ ਮੈਂ ਸਮਝਦਾ ਉਹਦੀ ਸਾਖ ਨੂੰ ਉੱਪਰ ਲਿਜਾਣ ਦੀ ਬਜਾਏ ਥੱਲੇ ਲਿਆਂਦਾ ਜਾ ਰਿਹਾ। ਔਰ ਇਹਨਾਂ ਗੱਲਾਂ ਦਾ ਪਾਰਟੀ ਨੂੰ, NDP ਨੂੰ ਔਰ ਸਰਦਾਰ ਜਗਮੀਤ ਸਿੰਘ ਨੂੰ ਬਹੁਤ ਧਿਆਨ ਰੱਖਣਾ ਪੈਣਾ, ਕਿਉਂਕਿ ਅਸੀਂ ਉਹਨਾਂ ਤੋਂ ਬੜੀਆਂ ਆਸਾਂ ਰੱਖਦੇ ਹਾਂ ਔਰ ਆਸਾਂ ਸਾਡੀਆਂ ਨੂੰ ਫਲ ਲੱਗਦਾ ਜਾਂ ਨਹੀਂ ਲੱਗਦਾ ਇੱਕ ਸੈਪਰੇਟ ਇਸ਼ੂ ਆ, ਪਰ ਹਰ ਸਿੱਖ ਜਿਹੜਾ ਪੰਜਾਬੀ ਭਾਈਚਾਰੇ ਦਾ ਬੰਦਾ, ਹਰ ਇੰਡੀਅਨ ਜਿਹੜਾ ਉਹ ਇਸ ਗੱਲ ਦੀ ਮਹਿਸੂਸ ਕਰਦਾ ਕਿ ਸਾਡਾ ਕਿਤੇ ਪੰਜਾਬੀ ਜਿਹੜਾ ਉਹ ਕਿਤੇ ਨਾ ਕਿਤੇ ਜਾਵੇ। ਜੀ, ਅਸੀਂ ਐਂਡੀ ਜੀ ਜਿਵੇਂ ਜਸਟਿਨ ਟਰੂਡੋ ਦੀ ਗੱਲ ਕਰ ਰਹੇ ਹਾਂ ਕਿ ਇੱਕ ਚਲੋ ਜ਼ਿਆਦਾ ਸੀਟਾਂ ਤਾਂ ਉਹਨਾਂ ਨੇ ਜਿੱਤ ਲਈਆਂ, ਪਰ ਕੈਨੇਡੀਅਨਸ ਦਾ ਟਰਸਟ ਜਿੱਤਣਾ ਹਜੇ ਵੀ ਬਾਕੀ ਹੈ, ਕਿਉਂਕਿ ਬਹੁਤ ਕੁਝ ਹਲੇ ਉਹਨਾਂ ਨੂੰ ਕਰਨਾ ਬਾਕੀ ਹੈ। ਖਾਸ ਤੌਰ ਤੇ ਜਿਵੇਂ ਅਸੀਂ ਐਲਬਰਟਾ ਵੱਲ ਦੇਖੀਏ ਤਾਂ ਐਲਬਰਟਾ, ਸਸਕੈਚੇਵਨ, ਜਿੱਥੇ ਪੂਰਾ ਉਹਨਾਂ ਦਾ ਇੱਕ ਤਰ੍ਹਾਂ ਦਾ ਸਫਾਇਆ ਹੋ ਚੁੱਕਾ ਹੈ, ਉਹ ਵਿਸ਼ਵਾਸ ਜਿੱਤਣ ਵਾਸਤੇ ਕੀ ਕੁਝ ਕਰਨਾ ਹੋਏਗਾ? ਦੇਖੋ ਜੀ, ਸਭ ਕੋਲ ਪਹਿਲੇ ਤੇ ਜਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਆਪਣੇ ਲੈਕਚਰ ਦਿੱਤੇ ਨੇ, ਪਹਿਲੇ ਤੁਹਾਨੂੰ ਉਹਨੂੰ ਰੀਡ ਕਰਨਾ ਪਏਗਾ, ਵਾਪਸ ਜਾ ਕੇ ਕਲਾਸਰੂਮ ਵਿੱਚ ਤੁਹਾਨੂੰ ਦੇਖਣਾ ਪਏਗਾ ਕਿ ਤੁਸੀਂ ਕੀ ਸੁਣਿਆ ਤੇ ਕੀ ਪੜ੍ਹਾਇਆ। ਉਹਦੇ ਵਿੱਚ ਬੜੇ ਗੰਭੀਰ ਮੁੱਦੇ ਵੀ ਹੈਗੇ, ਜਿਹੜੇ ਮੁੱਦਿਆਂ ਨੂੰ ਤੁਸੀਂ ਪਹਿਲੇ ਲੈ ਕੇ ਚੱਲੋ। ਪਰ ਮੇਰੇ ਹਿਸਾਬ ਨਾਲ ਜਿਹੜੀ ਪ੍ਰਾਇੋਰਟੀ ਰਹੇਗੀ, ਜਿਸ ਹਿਸਾਬ ਨਾਲ ਜਸਟਿਨ ਟਰੂਡੋ ਨੂੰ ਆਪਣੀ ਸਰਕਾਰ ਨੂੰ ਕੰਸੋਲੀਡੇਟ ਕਰਨ ਵਾਸਤੇ ਜਿਹੜੇ ਮੁੱਦੇ ਰਹਿਣਗੇ, ਉਹਨਾਂ 'ਚ ਸਭ ਕੋਲ ਵੱਡਾ ਮੁੱਦਾ ਰਹੇਗਾ এনवायरमेंट ਦਾ, ਉਸ ਤੋਂ ਬਾਅਦ ਮੁੱਦਾ ਰਹੇਗਾ ਟੈਕਸੇਸ਼ਨ ਦਾ, ਉਸ ਤੋਂ ਬਾਅਦ ਤੀਜੇ ਲੈਵਲ ਤੇ ਇਮੀਗ੍ਰੇਸ਼ਨ ਦਾ ਮੁੱਦਾ ਰਹੇਗਾ, ਫਿਰ ਉਸ ਤੋਂ ਬਾਅਦ ਉਹਨਾਂ ਦੇ ਛੋਟੇ ਮੋਟੇ ਜਿਸ ਤਰ੍ਹਾਂ ਕਬੈਕ ਦੇ ਕੁਝ ਮੁੱਦੇ ਹੈਗੇ ਉਹਨਾਂ ਦੇ ਆਪਣੇ ਇੰਡੀਵਿਜੂਅਲ, ਇਹ ਮੁੱਦੇ ਜਦੋਂ ਰਹਿਣਗੇ
ਉਸ ਤੋਂ ਬਾਅਦ ਸਰਕਾਰ ਆਪਣੇ ਆਪ ਨੂੰ ਦੇਖੇਗੀ ਕਿ ਉਹ ਪਾਰਲੀਮੈਂਟ 'ਚ ਕਿੰਨੀ ਕੁਝ ਕੰਫਰਟੇਬਲ ਹੈ। ਪਰ ਮੇਰੇ ਹਿਸਾਬ ਨਾਲ ਇਹਨਾਂ ਨੂੰ ਫੇਥ ਗੇਨ ਕਰਨ ਵਾਸਤੇ ਬਹੁਤਾ ਟਾਈਮ ਲੱਗੇਗਾ ਨਹੀਂ। ਉਹਦਾ ਕਾਰਨ ਹੈ ਕਿ ਇੱਕ ਪਾਰਟੀ ਤੇ ਆਲਰੇਡੀ ਕਮਿਟਡ ਹੈ ਸਪੋਰਟ ਕਰਨ ਵਿੱਚ। ਬਸ ਸਿਰਫ ਇਹੀ ਹੈ ਕਿ ਤੁਹਾਨੂੰ ਇੱਕ ਮਿਨੀਮਮ ਕਾਮਨ ਪ੍ਰੋਗਰਾਮ ਉਹਨਾਂ ਨਾਲ ਬੈਠ ਕੇ ਬਣਾਉਣਾ ਹੈ। ਪਰ ਜਸਟਿਨ ਟਰੂਡੋ ਨੇ ਆਪਣੇ ਕਾਰਡਸ ਬੜੇ ਹੀ ਇਜ਼ ਕੈਪਟ them ਵੈਰੀ ਕਲੋਜ਼ ਟੂ ਹਿਸ ਚੈਸਟ। ਉਹਦਾ ਰੀਜ਼ਨ ਕਿ ਉਹਨੂੰ ਇਹ ਪਤਾ, ਕਿਉਂਕਿ ਜਗਮੀਤ ਸਿੰਘ ਨੇ ਆਪਣੇ ਇਲੈਕਸ਼ਨ ਜਿੱਤਣ ਤੋਂ ਬਾਅਦ ਇੱਕ ਇੰਟਰਵਿਊ 'ਚ ਕਿਹਾ ਕਿ ਮੈਂ ਆਪਣੀ ਲਿਸਟ ਜਸਟਿਨ ਟਰੂਡੋ ਨੂੰ ਦੇ ਦਿੱਤੀ ਹੈ। ਤੇ ਇਹਦਾ ਮਤਲਬ ਹੈ ਕਿ ਜਸਟਿਨ ਟਰੂਡੋ ਇਜ਼ ਆਲਰੇਡੀ ਅਵੇਅਰ ਆਫ ਦੋਜ਼ ਇਸ਼ੂਜ਼, ਔਰ ਉਹ ਆਪਣੇ ਆਪ ਆਪਣੇ ਸਿਸਟਮ ਵਿੱਚ, ਆਪਣੇ ਕੈਬਨਿਟ ਵਿੱਚ, ਆਪਣੇ ਥਿੰਕ ਟੈਂਕ ਵਿੱਚ ਉਹਨੂੰ ਕੰਸੀਡਰ ਕਰ ਰਹੇ ਹੋਣੇ। ਹੋ ਸਕਦਾ ਕਿ ਉਹਦੇ 'ਚ ਦੋ ਇੱਕ ਦੋ ਮੁੱਦੇ ਇਹੋ ਜਿਹੇ ਵੀ ਹੋਣ ਜਿਹੜੇ ਜਸਟਿਨ ਟਰੂਡੋ ਨੂੰ ਬਹੁਤ ਅੱਛੇ ਨਹੀਂ ਲੱਗ ਰਹੇ। ਇਹੀ ਇੱਕ ਰੀਜ਼ਨ ਹੋ ਸਕਦਾ ਹੈ ਕਿ ਜਸਟਿਨ ਟਰੂਡੋ ਨੇ ਕਿਸੇ ਟਾਈਮ ਤੇ ਆ ਕੇ ਇਹ ਡਿਕਲੇਅਰ ਨਹੀਂ ਕੀਤਾ ਕਿ ਮੇਰੀ ਅਲਾਇੰਸ ਪਾਰਟੀ ਹੈ, ਮੇਰੇ ਜਿਹੜੇ ਕੋਲੀਸ਼ਨ ਪਾਰਟਨਰ ਹਨ ਉਹ NDP ਹੈਗੇ। ਉਹ ਆਪਣੇ ਕਾਰਡਸ, ਉਹ ਆਪਣੇ ਆਪਸ਼ਨਸ ਨੂੰ ਓਪਨ ਰੱਖਣਾ ਚਾਹੁੰਦਾ। ਮੁਸ਼ਕਿਲ ਨਹੀਂ ਹੋਏਗਾ ਸਰਕਾਰ ਨੂੰ 1-2 ਸਾਲ ਚਲਾਉਣਾ, ਕਿਉਂਕਿ 1-2 ਸਾਲ ਤੱਕ ਜਿਹੜੇ ਤੁਹਾਡੇ ਕਾਮਨ ਮੁੱਦੇ ਨੇ ਉਹ ਤੁਸੀਂ ਪਾਰ ਕਰ ਲਓਗੇ। ਜਦੋਂ ਤੱਕ ਤੁਹਾਨੂੰ ਇੰਟਰਨਲੀ ਜਾਂ ਫॉर दैट ਮੈਟਰ ਆਪੋਜੀਸ਼ਨ ਤੋਂ ਪ੍ਰੈਸ਼ਰ ਨਹੀਂ ਆਉਂਦੇ ਕਿ ਬਾਕੀ ਮੁੱਦਿਆਂ ਦਾ ਕੀ ਹੋਏਗਾ, ਉਸ ਵੇਲੇ ਤੁਹਾਡੇ ਪਰਸਨੈਲਿਟੀ ਕਲੈਸ਼ਸ ਹੋਣਗੇ, ਇਸ਼ੂ ਕਲੈਸ਼ਸ ਹੋਣਗੇ, ਉਹ 2-1 ਸਾਲ ਨਿਕਲ ਜਾਣਗੇ। ਜੀ ਕਮਲਜੀਤ ਜੀ, ਜਿਵੇਂ ਮੈਂ ਅਲਬਰਟਾ ਤੇ ਸਸਕੈਚੇਵਨ ਦੀ ਗੱਲ ਕੀਤੀ ਜੀ, ਅਲਬਰਟਾ ਤੇ ਸਸਕੈਚੇਵਨ ਵਿੱਚ ਹੁਣ ਪਾਈਪਲਾਈਨ ਦਾ ਜਿਹੜਾ ਮੁੱਦਾ ਹੈਗਾ ਉਸ ਨੂੰ ਕਿਸ ਤਰ੍ਹਾਂ ਡੀਲ ਕਰਨਗੇ, ਕਿਉਂਕਿ ਇੱਕ ਤਰ੍ਹਾਂ ਨਾਲ ਲੋਕਾਂ ਨੇ ਲਿਬਰਲ ਪਾਰਟੀ ਨੂੰ ਸਾਫ਼ ਨਾ ਕਰ ਦਿੱਤੀ ਹੈ ਇਹਨਾਂ ਰਾਜਾਂ ਵਿੱਚ। ਦੇਖੋ ਇਹ ਦੋਹਾਂ ਧਿਰਾਂ ਲਈ ਨਾ ਇਹ ਹੁਣ ਇੱਕ ਮੁੱਦਾ ਬਣ ਚੁੱਕਾ, ਜਿਹੜਾ ਜਿਹਨੂੰ ਕਿਹਾ ਪ੍ਰੈਸਟੀਜ ਇਸ਼ੂ ਬਣ ਗਿਆ ਦੋਹਾਂ ਧਿਰਾਂ ਲਈ। ਕਿਉਂਕਿ ਜੈਸਨ ਕੈਨੀ ਵੀ ਇੱਕ ਬਹੁਤ ਹੰਡਿਆ ਹੋਇਆ ਬੰਦਾ ਜੀ, ਜਿਹਨੇ ਲੰਮਾ ਸਮਾਂ ਇਮੀਗ੍ਰੇਸ਼ਨ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ, ਔਰ PMO ਦਾ ਮਤਲਬ ਬੱਚਾ ਉਹਨੂੰ ਜਾਣਦਾ, ਔਰ ਉਹ PMO ਦੇ ਕੰਮਕਾਜ ਨੂੰ ਚੰਗੀ ਤਰ੍ਹਾਂ ਸਮਝਦਾ, ਔਰ ਉੱਥੋਂ ਦੀ ਜਿਹੜੀ ਬਿਊਰੋਕ੍ਰੇਸੀ ਆ, ਉੱਥੋਂ ਦੇ ਜਿਹੜੇ ਥਿੰਕ ਟੈਂਕ ਨੇ ਜਿਹੜੇ ਉੱਥੇ ਕੰਮ ਕਰ ਰਹੇ ਆ, ਉਹਨਾਂ ਸਾਰਿਆਂ ਦੇ ਉਹਦੇ ਨੇੜਲੇ ਸੰਬੰਧ ਨੇ। ਉਹਨੂੰ ਜਿਹੜੀ ਬਣਨ ਵਾਲੀ ਪਾਲਿਸੀ ਦਾ ਪਤਾ ਕਿ ਕੀ ਪਾਲਿਸੀ ਹੈਗੀ ਹੈ। ਜੇ ਉਹਨੇ ਕੋਈ ਸਟੈਪ ਇਹੋ ਜਿਹਾ ਲਿਆ ਤੇ ਕੋਈ ਸੋਚ ਕੇ ਜ਼ਰੂਰ ਲਿਆ ਹੋਏਗਾ, ਕਿਉਂਕਿ ਮੈਂ ਵੀ ਪਿਛਲੇ ਲਗਭਗ 8-10 ਸਾਲ ਤੋਂ ਜੈਸਨ ਕੈਨੀ ਨੂੰ ਬਹੁਤ ਨੇੜਿਓਂ ਜਾਣਦਾ। ਤੇ ਲੇਕਿਨ ਇਹ ਆ ਵੀ ਉਹਨੇ ਕੁਝ ਨਾ ਕੁਝ ਸੋਚ ਕੇ ਲਿਆ ਗਿਆ, ਕਿਉਂਕਿ ਪਹਿਲੀ ਵਾਰ ਜਦੋਂ ਉਹ ਇਮੀਗ੍ਰੇਸ਼ਨ ਮਿਨਿਸਟਰ ਸੀ ਉਦੋਂ ਵੀ ਇਸ ਗੱਲ ਦੇ ਰਿਊਮਰ ਉੱਠਦੇ ਸੀ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ, ਔਰ ਉਹ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਵੀ ਬਣ ਸਕਦਾ। ਪਰ ਉਹਨੇ ਬੈਕਫੁੱਟ ਤੇ ਆ ਕੇ ਫੈਡਰਲ ਇਲੈਕਸ਼ਨ ਤੋਂ ਛੱਡ ਕੇ ਤੇ ਉਹ ਜਾ ਕੇ ਪ੍ਰੋਵਿੰਸ ਚਲਾ ਗਿਆ, ਕਿਉਂਕਿ ਉਹਨੂੰ ਆਪਣਾ ਭਵਿੱਖ ਜਿਹੜਾ ਉੱਥੇ ਦਿਸਦਾ ਸੀਗਾ ਕਿ ਮੈਂ ਜੇ ਇਸ ਮੁੱਦੇ ਤੇ ਆ ਕੇ ਖੜ ਜਾਵਾਂ ਤੇ ਲੋਕ ਮੇਰੇ ਨਾਲ ਹੋਣਗੇ। ਔਰ ਮੈਂ ਕਿੰਨਾ ਬਹੁਤ ਚੋ ਕਾਮਯਾਬ ਹੋਇਆ, ਔਰ ਉਹਨਾਂ ਦੇ ਇੱਕ ਵੀ ਸੀਟ ਜਿਹੜੀ ਲਿਬਰਲ ਨੂੰ ਨਹੀਂ ਲੈਣ ਦਿੱਤੀ। ਇਹ ਲਿਬਰਲ ਲਈ ਖਤਰੇ ਦੀ ਘੰਟੀ ਹੈ। ਦੂਜੀ ਗੱਲ ਇਹ ਆ ਵੀ ਅੱਗੇ ਤੇ ਅਸੀਂ ਕੱਲੇ ਕਿਬਕ ਵਾਲਿਆਂ ਨੂੰ ਕਹਿੰਦੇ ਆ ਵੀ ਇਹ ਵੱਖਵਾਦੀ ਨੇ, ਇਹ ਵੱਖਰਾ ਸੂਬਾ ਚਾਹੁੰਦੇ ਆ। ਹੁਣ ਅਲਬਰਟਾ ਦੇ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਸੋ ਕਹਿਣ ਤੋਂ ਮਤਲਬ ਇਹ ਆ ਵੀ ਇਹ ਤੇ ਹੁਣ ਸਮਾਂ ਦੱਸੇਗਾ ਕਿ ਕੀ ਹੁੰਦਾ, ਲੇਕਿਨ ਉਹਦੇ ਪ੍ਰਧਾਨ ਮੰਤਰੀ ਉੱਥੋਂ ਦੇ ਬਣਨ ਦੇ ਜਿਹੜੇ ਚਾਂਸਸ ਨੇ ਉਹ ਵੱਧਦੇ ਜਾਂਦੇ, ਕਿਉਂਕਿ ਲੋਕ ਉਹਦੇ ਨਾਲ ਤੁਰੇ ਆਉਂਦੇ ਆ। ਤੇ ਜੇ ਕਿਤੇ ਇਦਾਂ ਦਾ ਕੁਝ ਹੋ ਗਿਆ ਉੱਥੇ ਤੇ ਹੋ ਸਕਦਾ ਕਿ ਆਪਣੇ ਨਾਲੋਂ ਇਹ ਵੀ ਅਲੱਗ ਹੋ ਸਕਦਾ। ਜੀ ਐਂਡੀ ਜੀ, ਜਿਵੇਂ ਆਪਾਂ ਚੁਣੌਤੀਆਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਅਲਬਰਟਾ ਦੀ ਗੱਲ ਕੀਤੀ। ਇੱਕ ਹੋਰ ਚੈਲੰਜ ਮੈਨੂੰ ਲੱਗਦਾ ਜੋ ਸਰਕਾਰ ਦੇ ਅੱਗੇ ਹੋ ਸਕਦਾ ਫੋਰਨ ਰਿਲੇਸ਼ਨਸ। ਜਿਵੇਂ ਆਪਾਂ ਦੇਖੀਏ ਲਿਬਰਲ ਗਵਰਨਮੈਂਟ ਦੇ ਇੰਡੀਆ ਨਾਲ ਜਾਂ ਫਿਰ ਚਾਈਨਾ ਨਾਲ ਰਿਲੇਸ਼ਨਸ ਕੋਈ ਬਹੁਤੇ ਚੰਗੇ ਨਹੀਂ ਰਹੇ। ਹੁਣ ਇੱਕ ਵਾਰੀ ਫਿਰ ਤੋਂ ਮੌਕਾ ਮਿਲਿਆ ਹੈ ਉਹਨਾਂ ਰਿਲੇਸ਼ਨਸ ਨੂੰ ਇੰਪਰੂਵ ਕਰਨ ਦਾ, ਬਿਹਤਰ ਕਰਨ ਦਾ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਸਰਕਾਰ ਉਹਨਾਂ ਰਿਲੇਸ਼ਨਸ ਨੂੰ ਇੰਪਰੂਵ ਕਰਨ ਲਈ, ਬਿਹਤਰੀ ਲਈ ਕੰਮ ਕਰ ਸਕਦੀ ਹੈ? ਕਿਉਂਕਿ ਇੱਕ ਵੱਡਾ ਅਮਾਊਂਟ ਅਸੀਂ ਕਹਿ ਸਕਦੇ ਹਾਂ ਇੰਡੋ ਕੈਨੇਡੀਅਨਸ ਦਾ ਇੱਥੇ ਵਸਦਾ ਹੈ ਤੇ ਉਹ ਚਾਹੁੰਦੇ ਨੇ ਕਿ ਕੈਨੇਡਾ ਸਰਕਾਰ ਦੇ ਤੇ ਇੰਡੀਆ ਸਰਕਾਰ ਦੇ ਜਿਹੜੇ ਰਿਲੇਸ਼ਨਸ ਨੇ ਉਹ ਚੰਗੇ ਹੋਣ। ਬੜੀ ਇੰਪੋਰਟੈਂਟ ਗੱਲ ਹੈ, ਔਰ ਮੇਰੇ ਖਿਆਲ ਦੋਨੋਂ ਮੁਲਕ ਰਿਸਪੈਕਟਿਵਲੀ ਆਪਣੇ ਡਿਪਲੋਮੈਟਿਕ ਅਰੇਨਾ 'ਚ ਇਹ ਚੀਜ਼ ਨੂੰ ਸੋਚ ਰਹੇ ਹੋਣੇ ਪੋਸਟ ਇਲੈਕਸ਼ਨ ਆਲਸੋ। ਜੀ, ਵੀ ਸ਼ੁੱਡ ਆਲ ਲਰਨ ਫਰਮ ਆਰ ਮਿਸਟੇਕਸ। ਦੋਨਾਂ ਸਾਈਡਾਂ ਨੂੰ ਚਾਹੀਦਾ ਕਿ ਆਪਣੀ ਗਲਤੀਆਂ ਤੋਂ ਅਹਿਸਾਸ ਕਰਨ ਔਰ ਕੋਈ ਨਵੀਂ ਚੀਜ਼ ਲਿਆ ਕੇ ਜਿਹੜੀ ਐਮੀਕੇਬਲੀ ਦੋਨੋਂ ਪੱਖਾਂ ਨੂੰ ਸਹਿਮਤ ਹੋਏ। ਜਿਸ ਤੱਕ ਫੋਰਨ ਰਿਲੇਸ਼ਨ ਦਾ ਸਵਾਲ ਹੈ, ਕੈਨੇਡਾ has not played ਜਿਹੜੀ ਉਹਨਾਂ ਦੀ ਜੀਓਗ੍ਰਾਫੀਕਲ ਪੋਜੀਸ਼ਨ ਹੈ ਉਹਦੇ ਹਿਸਾਬ ਨਾਲ ਉਹਨਾਂ ਨੇ ਆਪਣਾ ਵਜ਼ਨ ਨਹੀਂ ਰੱਖਿਆ ਇੰਟਰਨੈਸ਼ਨਲ ਫੋਰਾ 'ਚ। ਬੜਾ ਮੁਸ਼ਕਲ ਹੁੰਦਾ ਕਿਸੇ ਜਗ੍ਹਾ ਜਾ ਕੇ। ਹੁਣ ਤੇ ਫॉर दैट ਮੈਟਰ ਮੋਦੀ ਨੂੰ ਜਾਂ ਐਬੇ ਨੂੰ ਜਾਂ ਫਿਰ ਆਪਣੇ ਅਮਰੀਕਾ ਦੇ
ਪ੍ਰੈਜ਼ੀਡੈਂਟ ਨੂੰ ਇਗਨੋਰ ਕਰਨਾ। ਪਰ ਉੱਥੇ ਕਿੱਥੇ ਨਾ ਜਿਹੜੀ ਕੈਨੇਡੀਅਨ ਲੀਡਰਸ਼ਿਪ ਹੈ ਨਾ ਉਹ ਲੁੱਕੀ ਲੁੱਕੀ ਜੀ ਲੱਗਦੀ ਹੈ, ਵਿਚ ਇਜ਼ ਨਾਟ ਅ ਵੈਰੀ ਗੁੱਡ ਸਾਈਨ। ਤੁਸੀਂ ਇੰਨੇ ਵੱਡੇ ਪੀਸ ਆਫ ਲੈਂਡ ਦੇ ਮਾਲਕ ਹੋ, ਤੁਹਾਡੀ ਰਿਪਰੈਜ਼ੈਂਟੇਸ਼ਨ ਬੜੀ ਵਾਸਟ ਹੋਣੀ ਚਾਹੀਦੀ ਹੈ, ਪਰ ਉਹਦੇ ਨਾਲ ਤੁਹਾਡੇ ਕੋਲ ਕੰਟੈਂਟ ਵੀ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਇੰਟਰਨੈਸ਼ਨਲ ਲੀਡਰਸ਼ਿਪ ਵੀ ਹੋਣੀ ਚਾਹੀਦੀ ਹੈ ਜਿਹਦੇ ਤੁਸੀਂ ਆਪਣੇ ਮੁੱਦੇ ਲੈ ਕੇ ਜਾ। ਸਾਡੀ ਸਭ ਕੋਲ ਵੱਡੀ ਪ੍ਰੋਬਲਮ ਰਹੀ ਪਿਛਲੇ ਕਈ ਸਾਲਾਂ 'ਚ, ਮੇਰੇ ਖਿਆਲ ਪਿਛਲੇ 20 ਸਾਲਾਂ 'ਚ ਲੈ ਕੇ ਚੱਲੀਏ, ਕਿ ਸਾਡੇ ਕੋਲ ਕੋਈ ਖਾਸ ਕਿਸਮ ਦਾ ਲੀਡਰਸ਼ਿਪ ਨਹੀਂ ਸੀ ਜਿਹੜੀ ਗਲੋਬਲ ਲੈਵਲ ਤੇ ਜਾ ਕੇ ਕਿ ਜੀ ਇਹ ਸਾਡਾ। ਪਰ ਇਸ ਵਕਤ ਕੈਨੇਡਾ ਕੋਲ ਬਹੁਤ ਵੱਡਾ ਮੁੱਦਾ ਇਨਵਾਇਰਨਮੈਂਟ ਦਾ ਜੀ, ਕਲਾਈਮੇਟ ਦਾ, ਔਰ ਕਲਾਈਮੇਟ ਦੇ ਉੱਤੇ ਕੈਨੇਡਾ ਕੁਡ ਬੀ ਅ ਹਿਊਜ ਬਿਗ ਲੀਡਰ। ਦੂਜੀ ਚੀਜ਼ ਜਿਹੜੀ ਚੀਜ਼ ਸਾਡੀ ਯੂਨਾਈਟਿਡ ਨੇਸ਼ਨਸ ਜਾਂ ਸਾਡੇ IMF ਜਾਂ ਜਿਹੜੇ ਹੋਰ ਇੰਟਰਨੈਸ਼ਨਲ ਲੈਵਲ ਦੇ ਹੈਗੇ ਨੇ ਗੜ ਜਿਹੜੇ ਬਾਈਂਡ ਕਰਦੇ ਨੇ ਪੂਰੇ ਗਲੋਬ ਨੂੰ, ਉਹਦੇ ਵਿੱਚ ਸਾਡੀ ਜਿਹੜੀ ਸ਼ਿਰਕਤ ਹੋਣੀ ਚਾਹੀਦੀ ਹੈ, ਸਾਡੇ ਜਿਹੜੇ ਮੁੱਦੇ ਹੋਣੇ ਚਾਹੀਦੇ ਨੇ, ਉਹ ਜਿਹੜੇ ਲੋਕ ਬਣਾਉਂਦੇ ਨੇ ਉਹਨਾਂ ਵਿੱਚ ਸਾਡੇ ਕੋਲ ਸਮਝਦਾਰ ਲੋਕਾਂ ਦੀ ਕਮੀ ਨਹੀਂ, ਪਰ ਉਹ ਉੱਥੇ ਤੱਕ ਟਰਾਂਸਲੇਟ ਹੋ ਕੇ ਜਾਣ ਉਹ ਨਹੀਂ ਸਮਝ ਆਉਂਦਾ ਕਿੱਥੇ ਵੀ। ਕੋਈ ਜਿਸ ਤਰ੍ਹਾਂ ਕਈ ਵਾਰੀ ਮੁੱਦੇ ਹੁੰਦੇ ਨੇ, ਇਰਾਕ ਹੋਇਆ, ਈਰਾਨ ਹੋਇਆ, ਮਿਡਲ ਈਸਟ ਹੈਗਾ, ਤੁਹਾਡੇ ਕੋਲ ਸੀਰੀਆ ਸੀ, ਅਮਰੀਕਾ ਨੇ ਹਰ ਜਗ੍ਹਾ ਬੋਲਿਆ, ਫॉर दैट मैटर ਜਰਮਨੀ ਨੇ, ਜਾਪਾਨ ਨੇ, ਸਭ ਨੇ ਹਰ ਜਗ੍ਹਾ ਬੋਲਿਆ ਜਿੱਥੇ ਜਿੱਥੇ ਉਹਨਾਂ ਨੂੰ ਬੋਲਣ ਦਾ ਮੌਕਾ ਸੀ। ਪਰ ਮੈਂ ਕਦੀ ਅਗਰ ਉਹ ਪਿਛਲੇ ਸਾਰੇ ਵੀਡੀਓਜ਼ ਵੀ ਦੇਖਣ ਦੀ ਕੋਸ਼ਿਸ਼ ਕਰਾਂ ਨਾ ਤੇ ਕੈਨੇਡੀਅਨ ਦੀ ਪਾਰਟਿਸਿਪੇਸ਼ਨ ਬੜੀ ਲਿਮਿਟਡ ਰਹੀ ਹੈ। ਸੋ ਦੇ ਹੈਵ ਟੂ ਰੀਅਲੀ ਅੰਡਰਸਟੈਂਡ ਕਿ ਉਹਨਾਂ ਨੂੰ ਅਗਰ ਲੀਡਰਸ਼ਿਪ ਡਿਵੈਲਪ ਕਰਨੀ ਹੈ, ਕੈਨੇਡਾ ਬੀਇੰਗ ਸੱਚ ਅ ਹਿਊਜ ਇੰਪੋਰਟੈਂਟ ਕੰਟਰੀ, ਤੇ ਇਹਨਾਂ ਨੂੰ ਕੁਝ ਆਊਟ ਆਫ ਦਾ ਬਾਕਸ ਸੋਚਣਾ ਪਏਗਾ। ਜੀ ਕਮਲਜੀਤ ਜੀ, ਜਿਵੇਂ ਪਹਿਲੇ ਲਿਬਰਲ ਪਾਰਟੀ ਕੋਲ ਇੱਕ ਟਾਈਟਲ ਸੀਗਾ ਕੈਨੇਡੀਅਨ ਨੈਸ਼ਨਲ ਪਾਰਟੀ, ਕਿਉਂਕਿ ਹਰ ਰੀਜਨ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈਗੀ ਸੀ, ਪਰ ਕਿਤੇ ਨਾ ਕਿਤੇ ਹੁਣ ਉਹ ਟਾਈਟਲ ਉਹ ਗਵਾ ਚੁੱਕੇ ਨੇ ਕਿ ਜਿਵੇਂ ਅਲਬਰਟਾ ਨੇ, ਸਸਕੈਚੇਵਨ ਨੇ, ਕਿਊਬੈਕ ਨੂੰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਾਈਡ ਕਰ ਦਿੱਤਾ ਕਿ ਇਹਨਾਂ ਰੀਜਨਸ ਵਿੱਚ ਹੁਣ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਸਿਰਫ 11 ਹੀ ਸੀਟਾਂ ਆਈਆਂ ਨੇ। ਕਿੰਨਾ ਮੁਸ਼ਕਿਲ ਅਖੀਰ ਵਿੱਚ ਤੁਸੀਂ ਕਹੋਗੇ ਕਿ ਸਰਕਾਰ ਲਈ ਹੈਗਾ ਵਾਪਸ ਉਹ ਟਾਈਟਲ ਹਾਸਲ ਕਰਨਾ, ਤੇ ਹੋਰ ਕੀ ਕੁਝ ਸਰਕਾਰ ਨੂੰ ਸਭ ਤੋਂ ਪਹਿਲਾਂ ਐਜ਼ ਅ ਪ੍ਰਾਇੋਰਿਟੀ ਕਰਨਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ, ਕਿਉਂਕਿ ਨਵੇਂ ਤੋਂ ਨਵੇਂ ਉੱਥੋਂ ਇਮੀਗ੍ਰੈਂਟ ਆ ਰਹੇ ਆ ਬਾਹਰਲੇ ਮੁਲਕਾਂ ਤੋਂ, ਚਾਹੇ ਉਹ ਇੰਡੀਆ ਤੋਂ ਆ ਰਹੇ, ਚਾਹੇ ਉਹ ਕਿਸੇ ਵੀ ਮੁਲਕ ਤੋਂ ਆ ਰਹੇ, ਉਹ ਆ ਕੇ ਹਰ 3 ਜਾਂ 4 ਸਾਲ ਬਾਅਦ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਦੇ ਆ ਤੇ ਬਣ ਜਾਂਦੇ ਆ। ਹੁਣ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਹਦੇ ਵਿੱਚ ਲੱਖਾਂ ਬੰਦੇ ਜਿਹੜੇ ਆ ਉਹ ਸਿਟੀਜ਼ਨ ਬਣ ਜਾਣਗੇ। ਜੇ ਅਗਰ ਇਹਨਾਂ ਦਾ ਸਿਸਟਮ ਵਧੀਆ ਹੋਇਆ ਇਮੀਗ੍ਰੇਸ਼ਨ ਦਾ, ਤਾਂ ਹੋਰ ਲੋਕ ਵੀ ਆਉਣਗੇ, ਤੇ ਪਲੱਸ ਜਿਹੜੇ ਇੱਥੇ ਬੈਠੇ ਆ ਕੇ ਉਹਨਾਂ ਨੂੰ ਜਦੋਂ ਸਿਟੀਜ਼ਨਸ਼ਿਪ ਮਿਲੀ, ਉਹ ਇਸ ਸਰਕਾਰ ਦੇ ਹੱਕ 'ਚ ਵੋਟ ਤਾਂ ਪਾਉਣਗੇ ਜੇ ਉਹਨਾਂ ਲਈ ਕੁਝ ਕਰਨਗੇ। ਤੇ ਜੇ ਇਹਨਾਂ ਨੇ ਆਪਣੀਆਂ ਪਾਲਿਸੀਆਂ ਇਦਾਂ ਦੀਆਂ ਰੱਖੀਆਂ ਕਿ ਸਿਰਫ ਉੱਥੋਂ ਇੰਡੀਆ ਤੋਂ ਜਾਂ ਹੋਰ ਮੁਲਕਾਂ ਤੋਂ ਸਿਰਫ ਬੱਚੇ ਲੈ ਕੇ ਆਉਣੇ ਆ, ਜਾਂ ਹੋਰ ਜਿਹੜੇ ਲੋਕ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਤਾਂ ਕਿ ਉਹ ਇੱਥੇ ਆ ਕੇ ਘਰ ਖਰੀਦਣ, ਕਾਰ ਖਰੀਦਣ, ਬੱਸਾਂ 'ਚ ਸਫ਼ਰ ਕਰਨ, ਤੇ ਉਹ ਇੱਥੇ ਦੀ ਆ ਕੇ ਇਕੋਨੋਮੀ ਨੂੰ ਬੂਮ ਕਰਨ, ਜਾਂ ਉਹ ਇੱਥੋਂ ਦੇ ਸਕੂਲ ਕਾਲਜਾਂ ਨੂੰ ਪੈਸੇ ਦੇਣ, ਜੇ ਤਾਂ ਇਹਨਾਂ ਦੀ ਇਹੋ ਹੀ ਪਾਲਿਸੀ ਰਹੀ ਤੇ ਆਉਂਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਬੜੀ ਵੱਡੀ ਸੱਟ ਵੱਜੇਗੀ। ਤੇ ਜੇ ਅਗਰ ਇਹਨਾਂ ਨੇ ਕੋਈ ਸੁਧਾਰ ਕੀਤਾ ਇਹਦੇ ਵਿੱਚ, ਉਹ ਸੁਧਾਰ ਕਰਨ ਲਈ ਇਹਨਾਂ ਨੂੰ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਕਰਨਾ ਪਏਗਾ, ਤਾਂ ਕਿ ਜਿਹੜਾ ਕੋਈ ਬੰਦਾ ਆਏ, ਜੇ ਉੱਥੋਂ ਡਾਕਟਰ ਕੋਈ ਆਉਂਦਾ, ਜਾਂ ਡਾਕਟਰ ਨੂੰ ਲਿਆਓ ਨਾ, ਜਾਂ ਕਿਸੇ ਨਰਸ ਨੂੰ ਲਿਆਓ ਨਾ, ਜੇ ਤੁਸੀਂ ਜਾਂ ਡਾਕਟਰ ਜਾਂ ਨਰਸ ਜਾਂ ਕੋਈ ਪ੍ਰੋਫੈਸ਼ਨਲ ਲਿਆਉਂਦੇ ਹੋ ਉੱਥੋਂ, ਤਾਂ ਉਹਨੂੰ ਬਕਾਇਦਾ ਉਹਦੇ ਮੁਤਾਬਕ ਉਹਨੂੰ ਇੱਥੇ ਨੌਕਰੀ ਦੇਣ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ, ਜਿਹੜਾ ਕਿ ਬਿਲਕੁਲ ਨਹੀਂ ਹੈਗਾ। ਜੇ ਉਹਨੇ ਇੰਡੀਆ 'ਚ ਵੀ ਬੇਰੁਜ਼ਗਾਰ ਆ, ਜਾਂ ਉਹ ਚਾਈਨਾ 'ਚ ਵੀ ਬੇਰੁਜ਼ਗਾਰ ਆ, ਜਾਂ ਕਿਸੇ ਹੋਰ ਕੰਟਰੀ 'ਚੋਂ ਬੇਰੁਜ਼ਗਾਰ ਆ, ਉਹ ਉੱਥੋਂ ਪੁਆਇੰਟ ਬੇਸ 'ਤੇ ਇੱਥੇ ਆਉਂਦਾ, ਉਹਨੂੰ ਕਹਿੰਦੇ ਤੁਸੀਂ 2 ਸਾਲ ਦਾ ਤਜਰਬਾ ਹੋਵੇ, 3 ਸਾਲ ਦਾ ਤਜਰਬਾ ਹੋਵੇ, ਜਾਂ ਬੱਚੇ ਜਿਹੜੇ ਆ ਰਹੇ ਆ ਉਹਨਾਂ ਬੱਚਿਆਂ ਦੇ ਭਵਿੱਖ ਦਾ ਕੌਣ ਜ਼ਿੰਮੇਵਾਰ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਬਾਰੇ ਕੋਈ ਕਲੀਅਰ ਪਾਲਿਸੀ ਇਹਨਾਂ ਕੋਲ ਨਹੀਂ ਹੈਗੀ, ਕਿਸੇ ਵੀ ਪਾਰਟੀ ਕੋਲ ਕੋਈ ਨਹੀਂ ਹੈਗੀ। ਔਰ ਮੈਂ ਸਮਝਦਾ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ, ਕਿਉਂਕਿ ਇਹ ਕੰਟਰੀ ਕੈਨੇਡਾ ਜਿਹੜਾ ਇਮੀਗ੍ਰੈਂਟਾਂ ਦਾ ਦੇਸ਼ ਹੈ, ਇੱਥੇ ਇਮੀਗ੍ਰੈਂਟ ਅਗਰ ਸੁਖੀ ਆ ਤੇ ਦੇਸ਼ ਵੀ ਸੁਖੀ ਰਹੇਗਾ ਤੇ ਦੁਨੀਆ ਦੇ ਲੋਕ ਵੀ ਸੁਖੀ ਰਹਿਣਗੇ, ਕਿਉਂਕਿ ਜਿਹੜੇ ਉੱਥੋਂ ਛੱਡ ਕੇ ਆਪਣਾ ਘਰ ਘਾਟ ਆਏ ਆ। ਤੇ ਸਰਕਾਰ ਨੂੰ ਮੇਰੇ ਖਿਆਲ ਇਮੀਗ੍ਰੇਸ਼ਨ ਵਾਲੇ ਪਾਸੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੋਏਗਾ, ਜੇ ਇਹਨਾਂ ਨੇ ਗਾਂ ਅਗਲੀ ਵਾਰੀ ਸਰਕਾਰ ਬਣਾਉਣੀ ਹੈ। ਤੇ ਜੀ ਬਿਲਕੁਲ, ਸਵਾਲ ਬਹੁਤ ਹੈਗੇ ਨੇ, ਬਟ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਪਰ ਫਿਰ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸੋ ਐਸੀ ਸਾਡੀ ਖਾਸ ਪੇਸ਼ਕਸ਼ ਇਨ ਫੋਕਸ ਵਿੱਚ, ਜਿਸ ਦੇ ਵਿੱਚ ਅਸੀਂ ਚਰਚਾ ਕੀਤੀ ਕਿ ਨਵੀਂ ਬਣਨ ਜਾ ਰਹੀ ਸਰਕਾਰ ਲਈ ਕੀ ਚੁਣੌਤੀਆਂ ਹੋ ਸਕਦੀਆਂ ਨੇ। ਉਮੀਦ ਕਰਦੇ ਹਾਂ 20 ਨਵੰਬਰ ਨੂੰ ਜਦੋਂ ਇੱਕ ਵਾਰੀ ਫਿਰ ਤੋਂ ਲਿਬਰਲ ਪਾਰਟੀ ਦੀ ਸਰਕਾਰ ਬਣੇਗੀ, ਤਾਂ ਇਸ ਸੰਬੰਧੀ ਸਟੂਡੀਓ ਵਿੱਚ ਇੱਕ ਵਾਰੀ ਫਿਰ ਤੋਂ ਆਪਣੇ ਖਾਸ ਮਹਿਮਾਨਾਂ ਦੇ ਨਾਲ ਚਰਚਾ ਕਰਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਜੁੜੇ ਰਹੋ PTC ਦੇ ਨਾਲ।